सतनाम वाहिगुरु साहिब जियो। श्लोक महला पहला। नानक इह तन जाल, जिन जलिएं नाम विसारिया। नानक इह तन जाल, जिन जलिएं नाम विसारिया। पौंदी जाए पराल, पिछे हथ न अंबड़े। तित निवंदै ताल। महला पहला। नानक मन के कम फिटिया, गणत न आवही। किति लाहा सहम, जां बख्शे सा जां बख्शे तां तक्का नहीं। पौड़ी। सच्चा अमर चलायुन, कर सच फुरमान। सदा निश्चल रव रहया, सो पुरख सुजान। गुर प्रसादी सेवियै, सच शब्द निशान। पूरा थाट बनाया, रंग गुरमत मान। अगम अगोचर अलख है, गुरमुख हर जान। पूरा थाट बनाया, रंग गुरमत मान। अगम अगोचर अलख है, गुरमुख हर जान। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह दी अपर अपार मेहरामत शाम समय दे सत्संगत दे ना पलां नूं असीं प्राप्त किया है। गुरबाणी व्याख्या विच सूही की वार गुरु अमरदास साहब द्वारा उचरित कीतियां गईयां पौड़ियां अते नाल लगदे श्लोक किते किते गुरु अमरदास साहब अदरवाइज दूसरे महलों दे विच उचरित किए गए पावन बचन सानूं प्राप्त हो रहे ने। अज दा ये पैकेज जो सानूं प्राप्त है, गुरु नानक साहब के 2 श्लोक अते पौड़ी गुरु अमरदास साहब की है। बाणी रूप आपने स्रोत पा ली है। नाल ही जून का पहला हफ्ता ये चल रहा है। 1984 का कलूकारा अपने उन्हां सब बजुर्गों नूं, शहीदां नूं, उन्हां मरजीवड़ियां नूं याद करने के दिन ने जिहड़े मोस्टली इस करके उन्हां द्वारा कतल किए गए। असीं ते साडे लई ते वो शहीद ने क्योंकि वो सिख सन। जिन्हों असीं शब्दां च पढ़दे ना, सिक्खी केसां स्वासां संग निभाही। तिन्हां दी कमाई का ध्यान धरके यही कमाउणा आ। जिंदा धरती ते कौन रहा है? कोई 4 मन कणक वध खा के मर गया, कोई घट खा के मर गया। कोई 100 मीटर कपड़ा वध हंडा के चला गया, कोई घट हंडा के चला गया। किसी ने 50 जोड़ियां जुत्तियां दियां वध पा लियां, किसी ने घट पा लियां। दैट्स इट, दैट्स द लाइफ, नथिंग एल्स। Indeed, the way we live in this world, that matters. ये सानू गुमा है ते अकाल पुरख वाहिगुरु दे असीं कोटान कोट शुक्रगुजार हाँ। असीं उस समाज विच पैदा होए हैं जिन्हों सिख समाज कहने हैं। सानू गुमा है अपने रूट्स के उत्ते जिन्होंने
ਗੁਰੂ ਬਾਬਾ ਜੀ ਨੇ ਅਣਖ ਦੀ, ਗੈਰਤ ਦੀ ਗੁੜਤੀ ਦਿੱਤੀ ਸੀ। ਸੋ ਇਹਦੀਆਂ ਮਲਟੀ ਲੇਅਰਸ ਨੇ, ਕੋਈ ਇੱਕ ਨਹੀਂ ਗੀ। ਜਿਵੇਂ ਜਿਵੇਂ ਅਸੀਂ ਗੁਰਬਾਣੀ ਵਿਚਾਰ ਪਾਵਾਂਗੇ, ਵੀ ਵਿਲ ਕੀਪ ਔਨ ਡਿਸਕਸਿੰਗ, ਐਂਡ ਇਹਦੇ ਵਿੱਚੋਂ ਸਾਡੇ ਲਈ ਸਿੱਖਣ ਵਾਸਤੇ, ਅਪਣਾਉਣ ਵਾਸਤੇ ਬਹੁਤ ਹੈ। ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਹੈ, ਸਿੱਖ ਹੈ ਹੀ ਉਹ ਜਿਹੜਾ ਸੀਕਰ ਹੈ, ਸੀਕਰ ਆਫ ਨੌਲੇਜ, ਸੀਕਰ ਆਫ ਐਜੂਕੇਸ਼ਨ, ਸੀਕਰ ਆਫ ਇਨਫੋਰਮੇਸ਼ਨ ਆਫ ਐਵਰੀ ਆਸਪੈਕਟ ਆਫ ਲਾਈਫ। ਐਂਡ ਦਿਸ ਇਜ਼ ਕਾਈਂਡ ਆਫ ਸਾਡੇ ਵਾਸਤੇ ਇੱਕ ਆਦਿਆ ਮਾਡਰਨ ਹਿਸਟਰੀ ਹੈ ਨਾ, ਅੱਜ ਦੀ ਤਵਾਰੀਖ ਹੈ। ਕਿਹੜਾ ਕੋਈ ਜੋ 400 ਸਾਲ ਜਾਂ 500 ਸਾਲ ਜਾਂ ਐਂਸ਼ੀਅੰਟ 2000 ਸਾਲ ਪੁਰਾਣੀ। ਸੋ ਬਾਤ ਪਾਵਾਂਗੇ ਨਾਲ ਨਾਲ, ਜਿਵੇਂ ਸਮਾਂ ਅਲਾਓ ਕਰੇਗਾ। ਸ਼ਬਦ ਪ੍ਰਾਰੰਭ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਦਾ ਪਾਵਨ ਸ਼ਲੋਕ ਹੈ, ਸ਼ਲੋਕ ਮਹਲਾ ਪਹਿਲਾ। ਨਾਨਕ ਇਹ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ। ਨਾਨਕ ਇਹ ਤਨ ਜਾਲ, ਲਫ਼ਜ਼ ਤਨ ਹੈ, ਜਾਲਣਾ, ਜਲਾ ਦੇਣਾ, ਟੂ ਪੁੱਟ ਔਨ ਫਾਇਰ, ਇਹ ਰੂਪ ਆ ਰਿਹਾ। ਗੁਰਬਾਣੀ ਨੂੰ ਜੇ ਤੁਸੀਂ ਇਹਦੇ ਮੈਟਾਫੋਰਸ ਨੂੰ ਨਹੀਂ ਸਮਝਦੇ, ਇਹਦੇ ਅਲੰਕ੍ਰਿਤ ਭਾਵ ਨੂੰ ਨਹੀਂ ਸਮਝਦੇ, ਦੈਨ ਤੁਸੀਂ ਇਹਦੀ ਡੀਪ ਅੰਡਰਸਟੈਂਡਿੰਗ ਨਹੀਂ ਲੈ ਸਕੋਗੇ। ਬਿਕੋਜ਼ ਇਨ very straightforward way, when we say put body on fire, what does it mean? To actually ਕਿਸੇ ਨੂੰ ਜਲਾ ਦੇਣਾ। ਇੱਥੇ ਜਿਹੜੀ ਬਾਤ ਆ ਰਹੀ ਹੈ, ਨਾਨਕ ਇਹ ਤਨ ਜਾਲ, ਹੁਣ ਇੱਥੇ ਹੁਣ ਤਨ ਦਾ ਮਾਇਨਾ ਜਾਣੋ। ਤਨ ਐਕਚੁਅਲ ਲੈਵਲ 'ਤੇ ਇਹ ਹੈਗਾ ਮਨੁੱਖ ਦੀ ਤ੍ਰਿਸ਼ਨਾ। ਜਿਹੜੀ ਤ੍ਰਿਸ਼ਨਾ ਆ, ਜਿਹੜੀ ਇੱਕ ਨਾ ਮੁੱਕਣ ਵਾਲੀ ਅੰਦਰ ਪ੍ਰਵਿਰਤੀ ਸਾਡੇ ਅੰਦਰ ਪੈਦਾ ਹੋਈ ਹੈ, ਇਹ ਆਪਣੇ ਆਪ ਵਿੱਚ ਇੱਕ ਅੱਗ ਹੈ। ਗੁਰੂ ਸਾਹਿਬ ਨੇ ਬਾਣੀ 'ਚ ਨੂੰ ਬਿਆਨ ਵੀ ਕੀਤਾ ਹੈ। ਮਹਾਰਾਜ ਕਹਿੰਦੇ ਧਿਆਨ ਨਾਲ ਦੇਖੋਗੇ ਨਾ, ਤੇ ਹਕੀਕਤ ਇਹ ਹੈ ਕਿ ਜਿਉ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਘਾਈ। ਪਾਵਕ ਕਹਿੰਦੇ ਅੱਗ ਨੂੰ, ਜਿਵੇਂ ਅੱਗ ਜਿੰਨਾ ਮਰਜੀ ਬਾਲਣ ਸੱਟ ਦਿਓ, ਸੱਟ ਦਿਓ, ਸੱਟ ਦਿਓ, ਅਖੀਰ ਇਹ ਨਹੀਂ ਕਹਿੰਦੀ ਵੀ ਐਨਫ, ਆਈ ਡੋਂਟ ਵਾਂਟ ਐਨੀ ਮੋਰ। ਐਗਜ਼ੈਕਟਲੀ ਸਾਡੀ ਅੰਦਰ ਦੀ ਤ੍ਰਿਸ਼ਨਾ ਉਸ ਅੱਗ ਦੀ ਤਰ੍ਹਾਂ ਆ। ਜਿੰਨਾ ਮਰਜੀ ਬਾਲਣ ਪਾ ਦਿਓ, ਜੋ ਮਰਜੀ ਇਹਨੂੰ ਦੇ ਦਿਓ, ਇਹਨੇ ਫਿਰ ਵੀ ਕਹਿਣਾ ਘੱਟ ਹੈ, ਅਜੇ ਹੋਰ ਚਾਹੀਦਾ, ਅਜੇ ਹੋਰ ਚਾਹੀਦਾ, ਥੋੜ੍ਹਾ ਹੈ। ਸੋ ਇਸ ਰੂਪ ਵਿੱਚ ਬਾਤ ਪਾਈ, ਜੋ ਪਾਵਕ ਈਂਧਨ ਨਹੀਂ ਤਰਾਪੈ। ਜਿਵੇਂ ਅੱਗ ਈਂਧਨ ਨਾਲ ਨਹੀਂ ਰੱਜ ਸਕਦੀ, ਸਾਡੇ ਅੰਦਰ ਦੀ ਜਿਹੜੀ ਪ੍ਰਵਿਰਤੀ ਹੈ ਉਹ ਵੀ ਨਹੀਂ ਮੁੱਕ ਸਕਦੀ। ਹੁਣ ਜਿਹੜੀ ਬਾਤ ਕੀਤੀ ਗਈ ਕਿ ਬੰਦੇ ਉਸ ਅੱਗ ਨੂੰ ਇੱਕ ਵੱਡੀ ਅੱਗ ਦੇ 'ਚ ਪਾ ਦੇ, ਜਲਾ ਦੇ, ਮਤਲਬ ਜਿਹਨੇ ਤੈਨੂੰ ਜਲਾਉਣਾ ਆ ਤੂੰ ਉਹਨੂੰ ਹੀ ਮੁਕਾ ਦੇ, ਉਸ ਰੂਪ ਵਿੱਚ ਬਾਤ ਹੋ ਰਹੀ ਹੈ। ਹੁਣ ਆਪਾਂ ਜੂਨ 1984 ਦੀ ਬਾਤ ਪਾ ਰਹੇ ਸੀਗੇ। ਦੇਖੋ ਇਹਦੇ ਪਿੱਛੇ ਜੇ ਸੈਂਟੀਮੈਂਟਸ ਦੇਖੇ ਜਾਣ ਤੇ ਸਿੱਖੀ ਆਸ਼ੇ ਦੇ ਵਿੱਚ ਅੱਜ ਕੈਨੇਡਾ 'ਚ ਰਹਿ ਰਹੇ ਹਾਂ। ਕੈਨੇਡਾ ਦੇ ਅੰਦਰ ਰੀਸੈਂਟਲੀ ਤੁਸੀਂ ਜੇ ਨਿਊਜ਼ ਸੁਣਦੇ ਹੋ ਤੇ ਜਿਹੜੇ ਰੈਜ਼ੀਡੈਂਸ਼ੀਅਲ ਸਕੂਲਸ ਨੇ ਉਹਨਾਂ ਦਾ ਕਾਲਾ ਸੱਚ ਡਿਸਕਸ਼ਨ ਤੇ ਚੱਲਦੀ ਰਹੀ ਲਗਾਤਾਰ। ਇੱਕਦਮ ਇੱਕ ਵੱਖਰਾ ਐਵੀਨਿਊ ਖੁੱਲ੍ਹ ਗਿਆ। ਜਿਹੜਾ ਵੱਖਰਾ ਐਵੀਨਿਊ ਖੁੱਲ੍ਹਿਆ, ਚੈਪਟਰ ਖੁੱਲ੍ਹਿਆ, ਇੱਕਦਮ ਪਤਾ ਲੱਗਾ ਛੋਟੇ ਛੋਟੇ ਬੱਚੇ ਉਹਨਾਂ ਰੈਜ਼ੀਡੈਂਸ਼ੀਅਲ ਸਕੂਲ ਦੀਆਂ ਸਾਈਟਸ ਦੇ ਉੱਤੋਂ ਉਹਨਾਂ ਦੇ ਕੰਕਾਲ ਮਿਲੇ ਨੇ, ਉਹਨਾਂ ਦੇ ਰਿਮੇਨਸ, ਦੇ ਫਾਊਂਡ ਦੈਟ। ਐਂਡ ਹੂ ਆਰ ਦੋਜ਼ ਪੀਪਲ ਐਕਚੁਅਲੀ who are trying to help them to find out those remains? Canadian, without any bias, without any ਕਿਸੇ ਰੂਪ ਦੇ ਵਿੱਚ ਨਹੀਂ। ਜਿਹਨੂੰ ਅਸੀਂ ਜਿਹੜਾ ਲਫ਼ਜ਼ ਯੂਜ਼ ਕਰਦੇ ਨਾ, ਟਰੁੱਥ ਐਂਡ ਰੀਕਨਸੀਲੀਏਸ਼ਨ, ਇਹ ਇਹੀ ਅਸਲ ਦੇ ਵਿੱਚ ਕਿ ਜਿਹੜੀ ਸਹੀ ਤਰੀਕੇ ਦੇ ਨਾਲ ਸੱਚਾਈ ਨੂੰ, ਉਸ ਨੂੰ ਕੰਸੋਲ ਕੀਤਾ ਜਾਏ, ਉਸ ਨੂੰ ਲਿਆਂਦਾ ਜਾਏ। ਜੇ ਆਪਾਂ ਉਸ ਨੂੰ ਨਹੀਂ ਸਮਝਾਂਗੇ ਤੇ ਮਨੁੱਖਤਾ ਅੱਗੇ ਨਹੀਂ ਵੱਧ ਸਕੇਗੀ। ਹੁਣ ਇਹਦੇ ਵਿੱਚ ਨੋ ਡਾਊਟ
ਗਲਤੀਆਂ ਹੋਈਆਂ ਕਲੋਨੀਅਲ ਸਿਸਟਮ ਦੇ ਵਿੱਚ, ਉਹ ਸਾਰੀਆਂ ਮਿਸਟੇਕਸ ਬਾਏ ਮਿਸਟੇਕ ਤੇ ਮਿਸਟੇਕਸ ਹੁੰਦੀਆਂ ਗਈਆਂ, ਸਭ ਚੀਜ਼ਾਂ ਚੱਲਦੀਆਂ ਗਈਆਂ। ਵਕਤ ਪਾ ਕੇ ਰਿਅਲਾਈਜੇਸ਼ਨ ਹੋਈ, ਓ ਹੋ ਰੋਂਗ ਬੀਨ ਰੋਂਗ। ਅੱਜ ਅਹਿਸਾਸ ਕੀਤਾ ਜਾਏ, ਇੱਕ ਪਰਿਵਾਰ ਹੈ, ਬੱਚਾ ਆ, ਮੈਂ ਤੇ ਰੀਸੈਂਟਲੀ ਮੈਂਟਲ ਹੈਲਥ ਸਟੱਡੀਜ਼ ਪੜ੍ਹ ਰਿਹਾ, ਅਤੇ ਕਮਾਲ ਦੀ ਡਿਵੈਲਪਮੈਂਟ ਡੇ ਬਾਈ ਡੇ ਆ ਰਹੀ ਹੈ। ਆਪ ਨੂੰ ਸ਼ਾਇਦ ਪਤਾ ਹੋਏਗਾ ਕਿ ਕਿਹਾ ਜਾਂਦਾ ਸੀਗਾ ਕਿ ਬੱਚੇ ਛੋਟੇ ਜਿਹੇ ਨੂੰ ਆਪਣੇ ਮਾਂ ਵੱਖਰੇ ਕ੍ਰਿਬ ਵਿੱਚ ਪਾ ਦੇ, ਤਾਂ ਕਿ ਉਹਦੀ ਡਿਟੈਚਮੈਂਟ ਬਣੇ ਮਾਂ ਦੇ ਨਾਲ, ਮਾਂ ਆਪਣੇ ਆਪ ਨੂੰ ਫਿਦਾ ਆਪਣੇ ਆਪ ਨੂੰ ਜੀਣ ਸਕੇ, ਬੱਚਾ ਆਪਣੀ ਲਾਈਫ ਜੀਏ। ਫਿਰ ਕਿਹਾ ਕਿ ਉਹਨੂੰ ਵੱਖਰੇ ਕਮਰੇ 'ਚ ਪਾ ਦਿਓ। ਬੱਚਾ ਰੋਂਦਾ ਆ, ਨਾ ਮਾਂ ਚਾਹੀਦੀ ਹੈ। ਇਟਸ ਓਕੇ, that kids or that baby's business, let him or her do his business। ਆਪ ਹੀ ਰੋ ਕੇ ਚੁੱਪ ਕਰ ਜਾਏਗਾ। ਜਦੋਂ ਪਤਾ ਲੱਗ ਜਾਏਗਾ ਕਿ ਮੈਂ ਇੱਥੇ ਸੌਣਾ ਆ, ਇੱਕ ਦਿਨ ਰੋਏਗਾ, 2 ਦਿਨ ਰੋਏਗਾ, 3 ਦਿਨ, ਹੌਲੀ ਹੌਲੀ ਆਪਣੇ ਆਪ ਸਮਝ ਆ ਜਾਏਗੀ। ਠੀਕ ਹੈ ਜੀ, ਬੜੀ ਵਧੀਆ ਗੱਲ ਹੈ। ਇਹਦੇ ਨਾਲ ਬੱਚੇ ਦੀ ਆਟੋਨਮੀ ਡਿਵੈਲਪ ਹੋ ਜਾਏਗੀ, ਤੁਹਾਡੀ ਲੈਸ ਬੋਦਰੇਸ਼ਨ ਹੋਏਗੀ। ਇਹੋ ਜਿਹੀਆਂ ਚੀਜ਼ਾਂ ਆਈਆਂ ਸਟੱਡੀਜ਼ ਕਰਦਿਆਂ ਹੁਣ ਪਤਾ ਲੱਗਾ। ਰੀਸੈਂਟਲੀ ਖਾਸ ਕਰਕੇ ਮਿਲੇਨੀਅਮ ਤੇ ਇਸ ਤੋਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, 80s 90s ਦੀ ਸਟੱਡੀਜ਼ ਦੇ ਵਿੱਚ, ਤੇ ਪਤਾ ਲੱਗਦਾ ਹੈ ਕਿ ਜਿਹੜਾ ਡਿਪਰੈਸ਼ਨ ਹੈ, ਜਿਹੜੀ ਐਨਗਜ਼ਾਇਟੀ ਹੈ, ਜਿਹੜੇ ਖਾਸ ਕਰਕੇ PTSD ਵਗੈਰਾ ਵਰਗੇ ਡਿਸਆਰਡਰਸ ਹੈਗੇ ਨੇ, ADD ਹੈ, ADHD ਹੈ, OCD ਹੈ, ਕਿਵੇਂ ਕਲਾਈਮ ਹਾਈ ਕਰ ਰਹੇ ਨੇ, ਵੱਧ ਰਹੇ ਨੇ ਉੱਤੇ। ਇਹਦਾ ਕਾਰਨ ਕੀ ਬਣਿਆ? ਕਾਰਨ ਇਹ ਬਣਿਆ ਕਿ ਜਿਹੜਾ ਬ੍ਰੇਨ ਦਾ, ਖਾਸ ਕਰਕੇ ਬ੍ਰੇਨ ਦੀ ਕੈਮਿਸਟਰੀ ਹੈ, ਜਿਹੜੀ ਨਿਊਰੋ ਸਿਸਟਮ ਹੈ ਦਾ ਸਾਰਾ ਵਾਇਰਿੰਗ ਆ, ਉਹਦੇ ਅੰਦਰ ਵੱਡੇ ਚੇਂਜਸ ਆ ਰਹੇ ਨੇ। ਅਤੇ ਚੇਂਜਸ ਕਿਵੇਂ ਆ ਰਹੇ ਨੇ ਕਿ ਜਦੋਂ ਬੱਚੇ ਨੂੰ ਉੱਥੇ ਇਕੱਲੇ ਨੂੰ ਪਾ ਦਿੱਤਾ ਗਿਆ, ਬੱਚਾ ਰੋਂਦਾ, ਮਾਂ ਨਹੀਂ ਹੈ, ਪਿਤਾ ਨਹੀਂ ਹੈ, ਉਹਦੇ ਬ੍ਰੇਨ ਵਿੱਚ ਜਿਹੜੇ ਕੈਮੀਕਲ ਡਿਵੈਲਪ ਹੁੰਦੇ, ਉਹ ਹੁੰਦੇ ਜਦੋਂ ਕਿਸੇ ਦੀ ਡੈਥ ਹੋ ਜਾਂਦੀ, ਸਾਡਾ ਬ੍ਰੇਨ ਕੋਪ ਕਰਨ ਲਈ ਬ੍ਰੇਨ ਜਿਹੜਾ ਹੈ ਕੈਮੀਕਲ ਡਿਵੈਲਪ ਕਰਦਾ। ਬਿਲਕੁਲ ਐਵੇਂ ਉਹਦੇ ਲਈ ਇਹ ਮਾਂ ਮੁੱਕ ਗਈ, ਪਿਤਾ ਮੁੱਕ ਗਿਆ, ਉਹ ਮੋਰਨਿੰਗ ਕਰ ਰਿਹਾ ਹੈ, ਉਹ ਰੋ ਰਿਹਾ ਹੈ, ਹੁਣ ਲੱਗ ਰਿਹਾ ਦੁਨੀਆ ਖਤਮ ਹੋ ਗਈ। ਨਾਓ ਯੂਰ ਓਨ। ਇਹਦੇ ਨਾਲ ਕੀ ਹੋਇਆ? ਅੰਦਰ ਲਗਾਤਾਰ ਕੈਮੀਕਲ ਚੇਂਜ ਹੁੰਦੇ ਗਏ, ਕੈਮਿਸਟਰੀ ਬਦਲ ਗਈ। ਹੁਣ ਉਹ ਬਚਪਨ ਤੋਂ ਇੱਕ ਤਰੀਕੇ ਦੇ ਨਾਲ ਉਹਨੂੰ ਐਕਸਪੋਜ਼ਰ ਮਿਲ ਗਿਆ ਇਹਨਾਂ ਚੀਜ਼ਾਂ ਦਾ। ਜਿਵੇਂ ਕਿਤੇ ਵੱਧਦੀ ਉਮਰ ਦੇ ਵਿੱਚ ਮਾੜੇ ਜਿਹੇ ਹਾਲਾਤ ਬਦਲਦੇ, ਉਹ ਜਿਹੜਾ ਆਲਰੇਡੀ ਬ੍ਰੇਨ ਦੇ ਵਿੱਚ ਇੱਕ ਏਰੀਆ ਡਿਵੈਲਪ ਹੋ ਚੁੱਕਾ ਆ, ਉਹ ਇੱਕਦਮ ਹਰਾ ਹੋ ਜਾਂਦਾ, ਇੱਕਦਮ ਉਹ ਵਾਪਸੀ ਕਰਦਾ। ਬੰਦੇ ਨੂੰ ਖੁਦ ਨਹੀਂ ਪਤਾ ਲੱਗਦਾ, ਵਾਈ ਆਮ ਸੋ ਡਿਪਰੈਸਿਵ। ਮੇਰੇ ਮੁਕਾਬਲਤਨ ਮੇਰਾ ਬਜ਼ੁਰਗ, ਮੇਰੇ ਤੋਂ ਓਲਡ ਏਜ ਵਾਲਾ, ਉਹ ਕਿਤੇ ਬੈਟਰ ਕੋਪ ਕਰ ਰਿਹਾ, ਮੈਂ ਨਹੀਂ ਕਰ ਰਿਹਾ, ਕਿਉਂਕਿ ਮੇਰੇ 'ਚ ਆਲਰੇਡੀ ਉਹ ਡਰ, ਉਹ ਸਹਿਮ ਆਲਰੇਡੀ ਬਚਪਨ ਤੋਂ ਪੈ ਚੁੱਕਾ। ਉਸ ਏਜ ਜਦੋਂ ਮੈਨੂੰ ਪਤਾ ਵੀ ਨਹੀਂ, ਇਹ ਮਦਰ ਨੇਚਰ ਦਾ ਲਾ ਆ, ਉਸ ਤਰੀਕੇ ਦੇ ਨਾਲ ਉਸ ਨੂੰ ਅਨਕੌਂਸ਼ੀਅਸ ਲੈਵਲ 'ਤੇ ਬ੍ਰੇਨ ਸਪੋਰਟ ਦਿੰਦਾ ਕਿ ਭਾਈ ਕੋਈ ਗੱਲ ਨਹੀਂ, ਹੁਣ ਤੂੰ ਠਹਿਰਾ ਕਰ। ਹੁਣ ਉਹ ਸਾਰੇ ਕਾਸੇ ਨੂੰ ਸੋਚ ਕੇ ਆਪਣੇ ਆਪ ਨੂੰ ਰੋਣਾ ਸ਼ੁਰੂ ਕਰ ਦਿੰਦਾ। ਸਭ ਚੀਜ਼ਾਂ ਇਹੋ ਜਿਹੀਆਂ ਚੀਜ਼ਾਂ ਸਟੱਡੀਜ਼ ਵਿੱਚ ਆ ਰਹੀਆਂ ਨੇ। ਹੁਣ ਕਿਹਾ ਜਾ ਰਿਹਾ ਮਾਂ ਅਤੇ ਬੱਚੇ ਦਾ ਬੌਂਡ ਬੜਾ ਜ਼ਬਰਦਸਤ ਹੋਣਾ ਚਾਹੀਦਾ। ਉਸ ਬੌਂਡ ਨੂੰ ਤੁਸੀਂ ਤੋੜ ਨਹੀਂ ਸਕਦੇ। ਮਾਂ ਨੂੰ ਬੱਚੇ ਨੂੰ ਕਿਵੇਂ ਚੱਕਣਾ ਚਾਹੀਦਾ, ਉਹਦੀ ਜਿਹੜੀ ਉਹਨੂੰ ਹੋਲਡ ਕਰਨਾ, ਉਹਦੀ ਕਡਲਿੰਗ ਕਰਨੀ, ਉਹਨੂੰ ਨੇੜੇ ਰੱਖਣਾ ਬੜਾ ਜ਼ਰੂਰੀ ਹੈ। ਏਜ ਦੇ ਲੰਬੇ ਪੜਾਅ ਤੱਕ ਇਹੋ ਜਿਹੀਆਂ ਗੱਲਾਂ ਹੋ ਰਹੀਆਂ, ਫੈਮਿਲੀ ਦੀਆਂ ਗੱਲਾਂ ਹੋ ਰਹੀਆਂ। ਇਹ ਸਭ ਚੀਜ਼ਾਂ ਅਸੀਂ ਦੇਖਦੇ, ਅੱਜ ਇਹ ਚੀਜ਼ਾਂ ਸਟੱਡੀਜ਼ ਆਈਆਂ, ਜਿਨ੍ਹਾਂ ਲੋਕਾਂ ਨੂੰ ਬਿਲਕੁਲ ਆਪਣੇ ਮਾਂ ਬਾਪ ਤੋਂ ਹੀ ਦੂਰ ਕਰ ਦਿੱਤਾ ਗਿਆ। ਕੀ ਹਾਲ ਹੁੰਦਾ ਹੋਏਗਾ ਨਾ, ਸੋਚ ਕੇ ਦੇਖੋ ਉਸ ਲੈਵਲ 'ਤੇ ਜਾ ਕੇ। ਠੀਕ ਹੈ, ਬੱਚਾ ਦੂਰ ਹੈ, ਮਾਂ ਬਾਪ ਦੂਰ ਨੇ, ਇਹ ਸਭ ਚੀਜ਼ਾਂ ਅਸੀਂ ਦੇਖਿਆ, ਉਹਨਾਂ 'ਤੇ ਜ਼ੁਲਮ ਹੋਇਆ, ਸਭ ਚੀਜ਼ਾਂ ਹੋਈਆਂ। ਹੁਣ ਅਸੀਂ ਆਪਣੇ ਬਾਰੇ ਆ ਜਾਈਏ। ਜਦੋਂ ਆਪਣੇ ਉੱਥੇ ਦੇਖਦੇ ਹਾਂ, ਜਿਹੜਾ ਜੈਨੋਸਾਈਡ ਹੁੰਦਾ ਆ ਡਾਇਰੈਕਟਲੀ ਫੈਮਲੀਜ਼ ਦੇ ਸਾਹਮਣੇ, ਜਿਹਨੂੰ ਅਸੀਂ ਕਹਿੰਦੇ ਕਿਸੇ ਨੂੰ ਟੈਰੀਫਾਈ ਕਰ ਦੇਣਾ, ਪੂਰੀ ਤਰ੍ਹਾਂ ਡਰਾ ਦੇਣਾ, ਮਾਂ ਦੇ ਫੈਮਿਲੀ ਦੇ ਸਾਹਮਣੇ ਜਿਹੜਾ ਹੈਗਾ ਬੱਚੇ ਨੂੰ ਮਾਰ ਦੇਣਾ, ਬੱਚੇ ਦੇ ਸਾਹਮਣੇ ਮਾਂ ਬਾਪ ਨੂੰ ਮਾਰ ਦੇਣਾ, ਇਸ ਤਰੀਕੇ ਨਾਲ ਕੁੱਟ ਕਟਾਪਾ ਹੋਣਾ, ਸਟੇਟ ਔਰਗੇਨਾਈਜ਼ ਸਾਰਾ ਕੁਝ ਹੋਣਾ ਇਸ ਰੂਪ ਦੇ ਅੰਦਰ। ਇਸ ਸਾਰੇ ਕਾਸੇ ਦਾ ਜਿਹੜਾ ਐਕਸਟ੍ਰੀਮ ਥ੍ਰੈਸ਼ਹੋਲਡ ਆ, ਦੈਟ ਇਜ਼ 1984।
ਇਹ ਰੂਪ ਆ। ਇਹਦੇ ਪਿੱਛੇ ਦੇਖਾਂਗੇ ਜਿਹੜੀ ਈਰਖਾ ਹੈ, ਜਿਹੜੀ ਤ੍ਰਿਸ਼ਨਾ ਹੈ, ਇਹ ਚੀਜ਼ਾਂ ਮਲਟੀ ਲੈਵਲ ਤੇ ਰੋਲ ਪਲੇ ਕਰਦੀਆਂ ਨੇ। ਹੁਣ ਇਹਦੇ 'ਚ ਇਹ ਦੇਖੀਏ ਕਿ ਗੁਰੂ ਨਾਨਕ ਸਾਹਿਬ ਦਾ ਸਿੱਧਾ ਸਿੱਧਾ ਸਿਧਾਂਤ, ਸਿੱਧੀ ਸਿੱਧੀ ਸਿੱਖਿਆ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਕਿਰਤ ਕਰਨੀ, ਉਦਮ ਕਰੋ ਭਾਈ, ਵੇਲੇ ਨਹੀਂ ਬਹਿਣਾ, ਕਿਸੇ ਦੇ ਉੱਤੇ ਰਿਲਾਈ ਨਹੀਂ ਕਰਨਾ, ਆਪ ਆਪਣੇ ਜਿਹੜਾ ਹੈਗਾ ਬਟਵੇ ਨੂੰ ਅਰਨ ਕਰਨਾ ਹੈਗਾ। ਇਹ ਗੁੜਤੀ, ਇਹ ਸਿੱਖਿਆ, ਸੋਚ ਦਿੱਤੀ ਗਈ। ਇਹਦੇ ਵਿੱਚੋਂ ਸਿੱਖ ਹਰ ਮੁਸ਼ਕਿਲ ਮੁਸੀਬਤ ਵਿੱਚੋਂ ਇਹ ਫਾਈਨੈਂਸ਼ੀਅਲੀ ਸੇਫ ਐਂਡ ਸਾਊਂਡ ਆਉਂਦੇ ਰਹੇ, ਨਿਕਲਦੇ ਰਹੇ, ਅੱਗੇ ਵੱਧਦੇ ਰਹੇ। ਪੰਜਾਬ ਦੀ ਫਿਜ਼ਾ ਵਿੱਚ ਰਹਿਣ ਵਾਲੇ ਲੋਕ, ਸਿੱਖੀ ਦੇ ਆਵਰਨ ਮਾਹੌਲ 'ਚ ਰਹਿਣ ਵਾਲੇ ਲੋਕ ਅੱਗੇ ਵੱਧਦੇ ਰਹੇ। ਉਸ ਸਾਰੇ ਦੇ ਨਾਲ ਆਲੇ ਦੁਆਲੇ ਤੋਂ ਈਰਖਾ ਵੀ ਹੋਈ। ਇਹ ਵੀ ਚੀਜ਼ ਆ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਸੀਗਾ ਕਿ ਭਾਈ ਤੁਸੀਂ ਕਿਰਤੀ ਬਣਨਾ ਹੈ, ਮੁਸ਼ਕਤੀ ਬਣਨਾ ਹੈ। ਪਰ ਜਿਹੜਾ ਕੌਨਸੈਪਟ ਸੀ ਨਾਮ ਜਪਣਾ, ਹੁਣ ਨਾਮ ਵਾਲਾ ਜਿਹੜਾ ਪੱਖ ਆ, ਇਹ ਸੈਲਫ ਐਜੂਕੇਸ਼ਨ ਦੇ ਨਾਲ ਰਿਲੇਟ ਕਰਦਾ। ਜਦੋਂ ਆਪਣੇ ਆਪ ਨੂੰ ਤਾਲੀਮ ਨਹੀਂ ਦੇਵੋਗੇ, ਅਜੇ ਤੇ ਸ਼ੁਰੂਆਤ ਹੋ ਰਹੀ ਹੈ, ਤਾਂ ਅੱਗੇ ਸਟੱਡੀਜ਼ ਆਉਣਗੀਆਂ ਬਹੁਤ ਸਾਰੀਆਂ। ਹੁਣੀ ਬਹੁਤ ਸਾਰੇ ਮੈਂ ਤਾਂ ਲੋਕ ਦੇਖਦਾ ਹਾਂ, ਕੈਨੇਡਾ ਆਏ 20 ਸਾਲ ਪਹਿਲਾਂ, 25 ਸਾਲ ਪਹਿਲਾਂ, ਇੱਥੇ ਆ ਕੇ ਨਵਾਂ ਕੈਰੀਅਰ ਸ਼ੁਰੂ ਕੀਤਾ, ਨਵੀਂ ਲਾਈਫ ਸ਼ੁਰੂ ਕੀਤੀ, ਫੈਮਿਲੀ ਲਾਈਫ ਹੋਈ, ਇੱਕ ਲੈਵਲ 'ਤੇ ਪਹੁੰਚੇ, ਅਤੇ ਹੁਣ ਕਈ ਵਾਰੀ ਰਿਅਲਾਈਜ਼ ਕਰਦੇ ਕਿ ਕੈਨੇਡਾ ਆ ਕੇ ਮੈਂ ਕੁਝ ਖੱਟਿਆ ਕਿ ਗਵਾਇਆ। ਇਹ ਦੇਖਾਂ ਹੁਣ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਫਿਰ ਸੋਚਦਾ, ਆਖਿਰਕਾਰ ਹੁਣ ਐਵੇਂ ਸੋਚਦਾ, ਉਦੋਂ ਕਿਉਂ ਨਹੀਂ ਸੀ ਸੋਚਦਾ? ਉਦੋਂ ਫਿਰ ਤ੍ਰਿਸ਼ਨਾ ਸੋਚਣ ਨਹੀਂ ਸੀ ਦੇ ਰਹੀ। ਉਸ ਵਕਤ ਉਸ ਤ੍ਰਿਸ਼ਨਾ ਨੂੰ ਕਾਬੂ ਪਾਉਣ ਦਾ ਕੋਈ ਤਰੀਕਾ ਨਾਮ ਸੀਗਾ ਭਾਈ। ਨਾਮ ਤੁਹਾਨੂੰ ਵਿਜ਼ਨਰੀ ਬਣਾਉਂਦਾ ਹੈ। ਇੱਕ ਚੀਜ਼ ਦੂਰਅੰਦੇਸ਼ ਹੋ ਕੇ ਸੋਚ ਲੈਣੀ। ਆਪਾਂ ਅਹਿਸਾਸ ਕਰੀਏ, ਜਿਵੇਂ ਅਸੀਂ ਰੋਜ਼ਮर्रा ਦੇ ਜੀਵਨ ਦੇ ਵਿੱਚ ਨਿਤਨੇਮ ਕਰਨਾ, ਸਤ ਸੰਗਤ ਕਰਨਾ, ਬਾਣੀ ਪੜ੍ਹਨੀ, ਚੰਗੇਰਾ ਸਾਹਿਤ ਪੜ੍ਹਨਾ, ਚੰਗੇਰਿਆਂ ਦੀ ਸੰਗਤ ਸੋਹਬਤ ਵਿੱਚ ਰਹਿਣਾ, ਇਹਦੇ 'ਚ ਕੋਈ ਇਨਸਟੈਂਟ ਇੱਕਦਮ ਖੁਸ਼ੀ ਤੇ ਨਹੀਂ ਹੁੰਦੀ। ਇੱਕਦਮ ਇਹਦੇ ਵਿੱਚ ਕੋਈ ਸੈਟਿਸਫੈਕਸ਼ਨ ਵੀ ਨਹੀਂ ਮਿਲਦੀ, ਬਲਕਿ ਤੇ ਟਾਈਮ ਕੰਜ਼ਿਊਮਿੰਗ ਇੱਕ ਐਕਟ ਲੱਗਦਾ ਹੈ, ਜਿਹੜਾ ਟਾਈਮ ਬੜਾ ਖਾ ਜਾਂਦਾ ਹੈ, ਤੇ ਐਂਡ ਆਫ ਦਾ ਡੇ ਰਿਜ਼ਲਟ ਕੁਛ ਵੀ ਨਹੀਂ। ਭਾਈ ਲੌਂਗ ਰਨ 'ਚ ਰਿਜ਼ਲਟ ਹੈ। ਲੌਂਗ ਰਨ 'ਚ ਇਹ ਹੈ, ਤੁਹਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ, ਜਿਵੇਂ ਹਿਊਮਨ ਕਰੈਕਟਰ ਹੈ, ਹਿਊਮਨ ਪੇਸ਼ੈਂਸ ਹੈ, ਜਿਵੇਂ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਕੁਝ ਮੈਨਰਸ ਨੇ, ਕੁਝ ਐਟੀਕੇਟਸ ਨੇ, ਕੁਝ ਉਹੋ ਜਿਹੀ ਹਾਇਰ ਲੈਵਲ ਦੀ ਗੱਲ ਹੈ ਜਿਹੜੀ ਮਨੁੱਖ ਨੂੰ ਮਨੁੱਖ ਹੋਣ ਦੇ ਵਿੱਚ ਮਦਦ ਕਰਦੀ ਹੈ, ਉਹ ਹੌਲੀ ਹੌਲੀ ਡਿਵੈਲਪ ਹੋਣੀ ਸ਼ੁਰੂ ਹੁੰਦੀ ਹੈ। ਇਹ ਰੂਪ ਆ। ਇਹਦੇ ਨਾਲ ਹੀ ਬੰਦਾ ਆਪਣੇ ਆਪ ਨੂੰ ਸਹੀ ਤਰੀਕੇ ਦੇ ਨਾਲ, ਉਹ ਵੀ ਬੰਦਾ ਕੋਈ ਤਿਆਗੀ ਬੈਰਾਗੀ ਨਹੀਂ ਗਾ, ਮਤਲਬ ਹੋਇਆ ਨਹੀਂ ਕੋਈ ਕਿਸੇ ਕਿਸਮ ਦੇ ਨਾਲ, ਕੋਈ ਕੰਮਕਾਰ ਨਹੀਂ ਹੋ ਪਾਇਆ, ਕੋਈ ਬਿਜ਼ਨਸ ਨਹੀਂ ਕਰ ਪਾਇਆ, ਕੋਈ ਤਾਲੀਮ ਨਹੀਂ ਲੈ ਪਾਇਆ, ਤੇ ਸਭ ਕੁਝ ਨਾ ਕਰਨ ਤੋਂ ਬਾਅਦ ਜਾਂ ਨਾ ਹੋਣ ਤੋਂ ਬਾਅਦ ਤਿਆਗੀ ਬਣ ਗਿਆ। ਵੀ ਤਿਆਗ ਨਹੀਂ ਗਏ, ਇਹ ਕੋਈ ਰਿਨਾਊਂਸੀਏਸ਼ਨ ਨਹੀਂ ਹੈਗੀ। ਇਹ ਤੇ ਐਕਚੁਅਲ ਲੈਵਲ ਤੇ ਗੱਲ ਆ ਕਿ ਤੂੰ ਕਿਸੇ ਕਿਸਮ ਦੇ ਨਾਲ ਕੁਝ ਅਚੀਵ ਨਹੀਂ ਕਰ ਸਕਿਆ। ਰਿਨਾਊਂਸੀਏਸ਼ਨ ਤੇ ਉਹ ਹੁੰਦੀ ਹੈ ਨਾ ਵੀ ਯੂ ਆਰ ਹੋਲਡਿੰਗ ਸਮਥਿੰਗ, ਯੂ ਅਟੇਨ ਸਮਥਿੰਗ, ਯੂ ਅਰਨ ਸਮਥਿੰਗ ਐਂਡ ਦੈਨ ਯੂ ਡਿਸਾਈਡਡ ਓਕੇ ਆਈ ਐਮ ਲੀਵਿੰਗ ਇਟ। ਇਹ ਨਹੀਂ ਆ। ਪਰ ਇਹ ਵੀ ਹੈ, ਜਦੋਂ ਬੰਦਾ ਕੁਝ ਅਚੀਵ ਕਰਨ ਵਾਲੇ ਪਾਸੇ ਤੁਰਦਾ ਹੈ, ਲਾਲਚ ਵੱਧਦਾ ਹੈ, ਵਧਿਆ ਹੋਇਆ ਲਾਲਚ ਫਿਰ ਉਹਨੂੰ ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਲਈ ਜਾਂਦਾ ਹੈ। ਸਿੱਖੀ ਆਸ਼ੇ 'ਚ ਅਸੀਂ ਦੇਖਦੇ ਹਾਂ, ਜੇ 1984 ਅਸੀਂ ਦੇਖੀਏ, ਇਹਦੇ ਪਿੱਛੇ ਗ੍ਰੀਨ ਰੈਵੋਲੂਸ਼ਨ ਦਾ ਸਾਨੂੰ ਵੇਖਣਾ ਪਏਗਾ। ਇਹਦੇ ਪਿੱਛੇ ਸਾਨੂੰ ਬਾਜ਼ਾਰਵਾਦ ਦੇਖਣਾ ਪਏਗਾ। ਇਹਦੇ ਪਿੱਛੇ ਸਾਨੂੰ ਸੋ ਕਾਲਡ ਜਿਹੜਾ ਬਿਨਾਂ ਸੋਚੇ ਸਮਝੇ ਇੱਕਦਮ ਉਹੋ ਜਿਹਾ ਕਲਚਰ ਅਡਾਪਟ ਕਰਨਾ। ਆਪਾਂ ਬੀਤੇ 'ਚ ਬਾਤ ਕੀਤੀ ਸੀਗੀ, ਜਿਹੜੀ ਖਾਸ ਕਰਕੇ ਪਾਪੂਲੇਸ਼ਨ ਹੈ, ਫੈਮਿਲੀ ਤੇ ਜਿਹੜਾ ਸੁਕੜਨ ਦੀ ਗੱਲ ਹੈ, ਉਹਨਾਂ ਦਾ ਨੰਬਰ ਡਾਊਨ ਜਾਣ ਦੀ ਗੱਲ ਹੈ, ਰਸ਼ੀਆ ਦੇ 'ਚ, ਚਾਈਨਾ ਦੇ ਵਿੱਚ। ਇਹਦੇ ਸਭ ਤੋਂ ਪਹਿਲੇ ਜਿਹੜੇ ਗਿਨੀ ਪਿਗਸ ਜਾਂ ਵਿਕਟਿਮ ਕਹਿ ਲਓ, ਉਹ ਸਿੱਖ ਸਮਾਜ ਹੈ, ਪੰਜਾਬ ਹੈ। ਕਿੰਨੀ ਜਲਦੀ ਉਸ ਪਾਸੇ ਨੂੰ ਤੁਰ ਪਏ, ਬਿਨਾਂ ਦੇਖੇ ਭਾਲੇ ਕਿ ਐਂਡ ਆਫ ਦਾ ਡੇ
ਬੜੇ ਸੀਮਤ ਨੰਬਰਾਂ ਦੇ ਵਿੱਚੋਂ, ਮਨੁੱਖਾਂ ਦੇ ਵਿੱਚੋਂ, ਤੇ ਉਹ ਵੀ ਸੀਮਤ ਨੰਬਰਾਂ ਦੇ ਅੰਦਰ ਬਹੁਤ ਜ਼ਿਆਦਾ ਅਸੀਂ ਤਰਜੀਹ ਦੇ ਕੇ ਕਿ ਬਸ ਇਹਦੇ 'ਚੋਂ ਅਸੀਂ ਬਹੁਤ ਜਿਹੜਾ ਹੈਗਾ ਆ ਵੱਡਾ ਸੁੱਖ ਲੱਭ ਲਵਾਂਗੇ। ਅਲਟੀਮੇਟਲੀ ਕੀ ਹੋਇਆ? ਲੋਕ ਜ਼ਿਆਦਾ ਦੁਖੀ ਹੋਏ। ਅੱਜ ਪਰਿਵਾਰਾਂ ਦੇ 'ਚ ਇਨਸਿਕਿਉਰਿਟੀ ਕਿਤਨੀ ਜ਼ਿਆਦਾ ਵੱਧ ਗਈ ਹੈ। ਪਰਿਵਾਰਾਂ ਦੇ 'ਚ ਕੁਝ ਵੀ ਡਿਸੀਜ਼ਨ ਮੇਕਿੰਗ ਜਿਹੜੀ ਹੈ ਕਿਸੇ ਕਿਸਮ ਦੇ ਨਾਲ, ਖਾਸ ਕਰਕੇ ਯੰਗ ਜਨਰੇਸ਼ਨ ਦੇ ਸਾਹਮਣੇ ਜਿਹੜੀ ਅਥਾਰਟੀ ਫਿਗਰ ਪੇਰੈਂਟਸ ਨੇ ਉਹ ਬਿਲਕੁਲ ਨਾ ਮਾਤਰ ਹੋ ਗਏ ਨੇ। ਸੋ ਸਭ ਚੀਜ਼ਾਂ ਨਾਮ ਸਿਖਾਉਂਦਾ ਆ, ਨਾਮ ਦੱਸਦਾ ਆ ਕਿ ਭਾਈ ਰੇਸ ਲੰਮੀ ਹੈ, ਇੱਕਦਮ ਇਹਦੇ 'ਚੋਂ ਕੁਝ ਖੱਟਣ ਪ੍ਰਾਪਤ ਕਰਨ ਵਾਲਾ ਨਹੀਂਗਾ। ਸਭ ਦੀ ਆਪੋ ਆਪਣੀ ਲੋੜ ਹੈ, ਸਭ ਦੀ ਆਪੋ ਆਪਣੀ ਦੌੜ ਹੈ। ਆਪਣੀ ਐਬਿਲਿਟੀ ਤੇ ਆਪਣੀ ਮੰਜ਼ਿਲ ਦੇ ਮੁਤਾਬਕ ਕਦਮ ਪੁੱਟਦਾ ਲਗਾ ਜਾ, ਬਾਕੀ ਕਰਤਾਰ ਭਲਾ ਕਰੇਗਾ। ਇਹ ਹੈ ਤਨ ਨੂੰ ਜਲਾ ਦੇਣਾ। ਜਿਹੜਾ ਇੱਕਦਮ ਉਫਾਨ ਉੱਠਦਾ ਆ ਕਿਸੇ ਵੱਲ ਵੇਖ ਕੇ ਵੀ ਓ ਹੋ ਆਈ ਰੀਅਲੀ ਵਾਂਟ ਟੂ ਐਕਚੁਅਲੀ ਡੂ ਦੈਟ, ਭਾਈ ਫੋਕਸ ਔਨ ਯੋਰਸੈਲਫ, ਫੋਕਸ ਔਨ ਦੀਸ ਥਿੰਗਸ। ਇਹ ਇੰਡੀਵਿਜੂਅਲ ਤੇ ਵੀ ਹੈ, ਇਹ ਸਮਾਜ ਤੇ ਵੀ ਹੈ, ਕਮਿਊਨਿਟੀ ਤੇ ਵੀ ਹੈ। ਇਸ ਚੀਜ਼ ਦੀ ਸਿੱਖਿਆ ਲੈ ਕੇ ਵਧੀਏ ਅੱਗੇ ਤੇ ਤੁਹਾਨੂੰ ਬਾਹਰ ਦੀ ਅੱਗ ਨਹੀਂ ਜਲਾ ਸਕੇਗੀ, ਬਾਹਰ ਦਾ ਤੂਫਾਨ ਤੁਹਾਨੂੰ ਕੁਝ ਨਹੀਂ ਕਰ ਸਕੇਗਾ, ਕਿਉਂਕਿ you're already playing very secure, you're already playing in your lines, you're already playing according to Mother Nature's law. And when someone is following the law of Mother Nature, then Mother Nature bless them. ਉਹ ਕਿਸੇ ਕਿਸਮ ਦਾ ਰਿਵੈਂਜ ਨਹੀਂ ਕਰਦੀ, ਉਹ ਕਿਸੇ ਕਿਸਮ ਦੇ ਨਾਲ ਰਿਬੈਲ ਨਹੀਂ ਬਣਦੀ, ਉਹ ਕਿਸੇ ਕਿਸਮ ਦੇ ਨਾਲ ਉਹਦੇ ਖਿਲਾਫ ਰਿਟੈਲੀਏਟ ਨਹੀਂ ਕਰਦੀ, ਉਹ ਇੰਤਕਾਮ ਨਹੀਂ ਲੈਂਦੀ, ਉਹ ਬਲਕਿ ਸਪੋਰਟ ਕਰਦੀ ਹੈ। ਗੁਰੂ ਨਾਨਕ ਸਾਹਿਬ ਇਹ ਅਹਿਸਾਸ ਕਰਨ ਤੇ ਗੁਰੂ ਸਾਹਿਬ ਨੇ ਇਹ ਬਹੁਤ ਸਾਰੇ ਸ਼ਬਦਾਂ 'ਚ ਵਾਰ-ਵਾਰ ਸਮਝਾਇਆ ਸਾਨੂੰ। ਕਿਤੇ ਅਸੀਂ ਬਾਬਰ ਬਾਣੀ ਦੇ ਰੂਪ ਵਿੱਚ ਕੁਝ ਸ਼ਬਦਾਂ ਦਾ ਨਾਂ ਦਿੰਦੇ ਹਾਂ, ਅਸੀਂ ਦਿੰਦੇ ਹਾਂ, ਗੁਰੂ ਗ੍ਰੰਥ ਸਾਹਿਬ 'ਚ ਇਹ ਟਾਈਟਲ ਨਹੀਂ ਹੈਗਾ, ਬਟ ਵੀ ਸਮਟਾਈਮ ਕਾਲ ਦੀ ਸ਼ਬਦ। ਫਿਰ ਮਹਾਰਾਜ ਸਿੰਘ ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ। ਲੋਕ ਆਪਣੀ ਇਤਨੀ ਸ਼ਰੀਰ ਪ੍ਰਸਤਗੀ, ਫੈਸ਼ਨ ਪ੍ਰਸਤਗੀ ਇਹਦੇ ਜਿਤਨੇ ਗਲਤਾਨ ਹੋ ਗਏ, ਭੁੱਲ ਹੀ ਗਏ ਅਲਟੀਮੇਟਲੀ ਹੋਣੀ ਕੀ ਹੋਣੀ ਹੈ। ਇਹ ਸਾਰੇ ਦਾ ਰਿਜ਼ਲਟ ਕੀ ਨਿਕਲੇਗਾ? ਰਿਜ਼ਲਟ ਇਹ ਨਿਕਲੇਗਾ ਕਿ ਜਿਨ੍ਹਾਂ ਸਿਰਾਂ ਤੇ ਪੱਟੀਆਂ ਸੋਭਦੀਆਂ ਸੀਗੀਆਂ, ਸੇ ਸਿਰ ਕਾਤੀ ਮੁਨੀਆਂ, ਆਖਰਕਾਰ ਜਰਵਾਣੇ ਚੜ੍ਹ ਕੇ ਆ ਗਏ, ਬਾਬਰ ਹਮਲਾਵਰ ਹੋਇਆ। ਸਾਨੂੰ ਤਾਂ ਸਿੱਧੇ ਤੌਰ ਤੇ ਸਮਝਾਇਆ ਗਿਆ, ਜੋ ਬਾਬੇ ਕੇ ਦਾਮ ਨਾ ਦੇ ਹੈ ਤਿਨ ਤੇ ਫਿਰ ਬਾਬਰ ਕੇ ਲੈ ਹੈ। ਭਾਈ ਜੇ ਬਾਬੇ ਕੇ ਨਹੀਂ ਬਣੋਗੇ ਤੇ ਬਾਬਰ ਕੇ ਆਏ ਖੜੇ ਫਿਰ ਸਿਰ ਦੇ ਉੱਤੇ। ਜੇ ਬਾਬੇ ਦਾ ਘਰ ਮਜ਼ਬੂਤ ਕਰੋਗੇ, ਤੇ ਘਰ ਮਜ਼ਬੂਤ ਕਰਨਾ ਪਹਿਲਾਂ ਅੰਦਰੋਂ ਆਪਣਾ ਘਰ ਬਾਬੇ ਦਾ ਘਰ ਬਣਾਉਣਾ। ਕੁਝ ਇਹੋ ਜਿਹੇ ਸੰਦੇਸ਼ ਉਪਦੇਸ਼ ਅਡਾਪਟ ਕਰਨੇ, ਐਕਸੈਪਟ ਕਰਨੇ, ਜਿਹਦੇ ਨਾਲ ਤੁਹਾਡੀ ਸੈਲਫ ਡਿਵੈਲਪਮੈਂਟ ਹੋ ਸਕੇ, ਫਿਰ ਉਹਦੇ ਸਦਕਾ ਪਰਿਵਾਰ ਬੈਟਰਮੈਂਟ ਹੋ ਸਕੇ, ਫਿਰ ਉਹਦੇ ਨਾਲ ਕਮਿਊਨਿਟੀ ਤੁਸੀਂ ਉਸ ਲੈਵਲ 'ਤੇ ਇੰਗੇਜ ਕਰੋਗੇ, ਉਹਦੀ ਉਸ ਜਿਹੜੀ ਉਹਨੂੰ ਅਪਲਿਫਟ ਕਰੋਗੇ ਉਸ ਰੂਪ ਦੇ ਵਿੱਚ। ਦਿਸ ਇਜ਼ ਦਾ ਪ੍ਰੋਸੈਸ ਐਂਡ ਬਾਬਾ ਜੀ ਹੈਜ਼ ਡਨ ਇਟ, has taught us how to do it, made actually some sort of path for us, but it's all depend on us now. Are we following it or not? We should ask ourselves. Here Guru Nanak Sahib is saying, Nanak eh tanjal jin jaliya naam visarya। ਜੇ ਇਹਦੇ ਵਿੱਚ ਜਲਦਾ ਰਹੇਗਾ ਤੇ ਭਾਈ ਨਾਮ ਵਿਸਰ ਜਾਏਗਾ, ਜਾਂ ਇੰਝ ਕਹਿ ਲਓ ਨਾਮ ਦੇ ਵਿਸਾਰਨ ਕਰਕੇ ਇਹ ਚੀਜ਼ ਜਿਹੜੀ ਹੈ ਇਹਦੇ 'ਚ ਜਲੀ ਜਾਏਗਾ। ਤੂੰ ਨਾਮ ਦੇ ਨੇੜੇ ਰਹੋ, ਨਾਮ ਤੈਨੂੰ ਸੋਝੀ ਦੇਗਾ, ਸਿੱਖਿਆ ਦੇਗਾ। ਐਂਡ ਅਗੇਨ ਹੇਅਰ ਨਾਮ ਮੀਨ ਏ ਕੰਪਲੀਟ ਵੇ ਆਫ ਲਾਈਫ, ਜਿਹਦੇ 'ਚ ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ, ਸੰਗਤ ਕਰਨੀ, ਰੱਬੀ ਵਿਸ਼ਵਾਸ ਜਾਣਾ, ਜਿਹਨੂੰ ਅਸੀਂ ਮੈਡੀਟੇਸ਼ਨ ਕਹਿੰਦੇ ਹਾਂ। ਛੋਟਾ ਇੱਕ ਬਹੁਤ ਥੋੜ੍ਹਾ ਜਿਹਾ ਹਿੱਸਾ, ਬੜਾ ਜ਼ਰੂਰੀ ਹਿੱਸਾ, ਪਰ ਥੋੜ੍ਹਾ ਜਿਹਾ ਹਿੱਸਾ ਇਹਦਾ। ਇਹ ਸਾਰਾ ਜੀਵਨ ਜਿਹੜਾ ਇਹਦੇ ਆਲੇ ਦੁਆਲੇ ਘੁੰਮਦਾ, ਉਹ ਸਾਰੇ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ। ਜਦੋਂ ਉਹ ਵਿਸਰਿਆ, ਫਿਰ ਜਿਹਨੂੰ ਸਾਹਿਬ ਨੇ ਕਿਹਾ ਹਰ ਬਿਸਰਤ ਸਦਾ ਖੁਆਰੀ, ਉਹਨੂੰ ਵਿਸਾਰਿਆ ਨਹੀਂ ਤੂੰ ਤੇ ਖੁਆਰੀ ਹੋਈ ਨਹੀਂ। ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਜਿਹੜੇ ਉਹਦੇ ਨਾਲ ਸਾਂਝ ਬਣਾ ਗਏ ਉਸ ਅਕਲ ਦੇ ਹਾਈਲੀ ਵੱਡੇ ਸੋਰਸ ਦੇ ਨਾਲ, ਜਿਹੜੇ ਜੀਵਨ ਦੇ ਉਸ ਰਾਹ ਨੂੰ ਕਦੀ ਤਿਆਗਣ ਵਾਸਤੇ ਤਿਆਰ ਨਾ ਹੋਏ, ਭਾਵੇਂ ਉਹ ਜਿੰਨਾ ਮਰਜ਼ੀ ਆਲੇ ਦੁਆਲੇ ਨੂੰ ਵੇਖ ਕੇ ਅੰਦਰ ਅੱਗ ਪੈਦਾ ਹੋਏ, ਇਸ ਰਾਹ ਤੇ ਤੁਰਾਂ ਪਈ, ਨਹੀਂ ਇਹ ਰਾਹ ਮੇਰਾ ਨਹੀਂਗਾ। ਨਾਮ ਨੇ ਦੱਸ ਦਿੱਤਾ, ਨਾਮ ਨੇ ਸਿਖਾ ਦਿੱਤਾ। ਜਿਹਨੂੰ ਹੋਰ
सरल करके बयान करा, एक दूजे तो ईर्खा द्वेह करनी, साड़े करने, एक दूजे ਨੂੰ ਵੇਖ ਕੇ एक अजीब तरह की ਜਿਹੜਾ ਹੈਗਾ ਦੌੜ ਵਿੱਚ ਭੱਜ ਵਗਣਾ जो समाजां ਦੇ ਵਿੱਚ अक्सर नुकसानदायक ਹੁੰਦਾ ਆ। गुरु महाराज ਉਹਦੀ बात ਕਰਦੇ कि भले बंदे उस ਨੂੰ तू नाम ਦੇ ਜ਼ਰੀਏ रोक, क्योंकि नाम एक ऐसी दात आ ਜਿਹੜੀ ਤੈਨੂੰ ਤੇਰੇ ਪੈਰਾਂ ਤੇ ਰੱਖੇਗੀ। नानक ਇਹ तनजाल जिन जलिया नाम विसारिया, पौंदी जाए पराल पिछे हथ ना अंबड़े तित निवंदा ताल। फिर एक मैटाफोर है पंजाब की फिजा दे विच जिहड़े लोग रहे ने, जिन्हों ने उत्थों के नेटिव एनवायरमेंट में इंजॉय किया है, उन्होंने पता है साडे उत्थे झोने का सीजन लगता है। झोना जिन्होंं पैडी कहा जाता है, जिहदे विचों जिहड़ा है फाइनल प्रोडक्ट राइस निकलता है, तो वो जिहड़ी जिसनों बालियां लगदियां, सिट्टे लगते, जिहड़े प्लांट्स ने, बूटे ने, बूटे इटसेल्फ जिहड़ा पिछे जिहड़ा जिन्हों असीं हेज कहने वो बचदा आ, उन्होंने पंजाबी च पराली कहा जाता है। तो पराली वैसे बहुत हल्की होंदी है, फूस हुंदा एक तरह का, कह लो कि जिन्हों असीं कह सकते हैं कि वो सारा रिमेन एक्सट्रा स्टफ हुंदा है चौल कड्ढण तो, झोना कड्ढण तो बाद जिहड़ा बचदा उस तरीके नाल फालतू। जे उस खेत च पानी आ जाए, कुछ भी आ जाए, तो पानी दे रोड दे नाल वो वह जाता है इस तरीके नाल। ते पानी का सुभाव है नीवें पासे जाना, तो फिर वो जे पानी नाल वहेगा तो वह भी रुड़ के सारा इकट्ठा होकर पानी दे नाल नीवें पासे जाके लग जाएगा। साडी जिहड़ी सोच आ, जे ते इहदे विच असीं कुछ हायर लैवल का सबसटेंस पावांगे, तो इसनूं अकाल पुरख वाहिगुरू वर्गी दात मिलेगी, तो वो इसनूं ਵੱਡੇ गोडाउन ਵਿੱਚ रखेगा, ਉੱਚੀ ਥਾਂ ਤੇ रखेगा, जिथे पानी का असर नहीं होएगा, जिथे जिन्ना मर्जी पानी पै जाए, ਜਿਹੜੇ चौल ने, ਜਿਹੜੀਆਂ चीज़ां ने गोडाउन ਵਿੱਚ ਲੋਕੀ संभाल के रखते अपने घरां 'ਚ उस तरीके नाल। फिर राखा करतार बनेगा, ਉਹਦੀ बात की है। जिवें असीं ਇਹਨੂੰ डिफरेंट लैवल ते भी पढ़ते हैं, गुरु साहब की बाणी दे सब कहते, नानक गुरु न चेतनी मने अपने सुचेत, छुट्टै तिल बुआड़ जो सुन्ने अंदर खेत, खेतै अंदर छुट्टिया कहो नानक सोना, फलियां फुलियां बापुड़े पीतन विच सवा। क्या जिवें बुआड़ी तिल हुंदा है, उसनूं फल नहीं पैंदा, बाकी तिलां नूं ते जिमींदार वड्ढ के लै जांदा, संभालदा, उन्हां दी केयर करदा, जिहड़ा खेत च रह जांदा ਉਹਦੇ 100 मालक हो जांदे ने। उसनूं कोई कट के जलान लई लै जांदा है, कोई उसनूं उत्थे जानवर खांदे ने, कोई इस किस्म की बात हुंदी। एग्जाम्पल दी गई इत्थे भी बात आ, जिस अकल जिस सोच विच रब जी का भाव नहीं गा, उहदे नाम का आसरा नहीं गा, वो सोच फिर वहण विच बहिंदी है। तो वहण समाजां दा वो ट्रेंड है, वो फैशन है, वो एनी काइंड ऑफ फिनोमिना जिहड़ा चलदा किसी तरीके नाल, तो टुटे हुए लोग उहदे मगर दौड़दे, उहदे मगर भजदे। हुण वो सारे नूं कह लवो कि वो पराली जिहड़ी उस बहाव विच वह तुरी, इहनूं साहब ने इस तरह बयान किया कि पौंदी जाए पराल पिछे हथ ना अंबड़ा। जदों एक चीज़ कोई रोड विच पै जाए, फ्लो में चली जाए, मतलब तो पराली है, पराली का तो कोई वजूद ही नहीं, पाया ही नहीं गई। बंदा आ बड़ा वधिया तो वधिया तैराक होए, या होर जानवर ने बहुत चंगे तैराक होण, ईवन मच्छियां बाबत जिहड़े पानी दे च रहण वाला जिहड़ा मैरीन लाइफ जिहड़ी हुंदी ਉਹਦੀ बारे गल कीती जांदी है। जदों पानी का फ्लो वधदा आ, वो भावें जिन्ने मर्जी वड्डे तैराक होण, वो पानी के फ्लो नूं तोड़ नहीं सकते। एक बार जदों विच रुड़ गए, जदों वह तुरे ਉਹਦੇ विच, फिर वो लै गया, फिर कोई बचा नहीं सकता उस। एग्जैक्टली गुरु महाराज बयान करते, जदों सोच ही पराली वर्गी है, तो भाई इनू फिर बन कोई बन नहीं सकेगा, फिर तो वग जाएगी ਉਹਦੇ ਵਿੱਚ। ਇਹਦਾ एहसास पहले रखिए, इसनूं पराली वर्गी सोच नूं बनाउणा आ या उस पैडी दे सीड्स वर्गी बनाउणा आ। ਇਹ आपो अपनी सोच आ, तुसीं अपनी एसोसीएशन किहदे नाल बनाउणी है। एक एग्जाम्पल मैं होर इहदे नाल ऐड कर दिना वा। रीसेंटली साडे इत्थे आइस हॉकी नाइट दी गेम चल रही सीगी, मॉन्ट्रियल वर्सेस टोरंटो मैपल लीफ। हुण ਉਹਦੇ 'ਚ ਇਹ ਸੀਗਾ कि रात नूं फैनस मैच वॉच कर रहे ਸੀਗੇ। ਹੁਣ ਜਿਹਦੇ ਨਾਲ ਜਿਹਦੀ ਐਸੋਸੀਏਸ਼ਨ ਆ, ਉਸੇ तरह सेंटीमेंट्स लगातार ਚੱਲਣਗੇ।
ਜੇ ਉਹ ਜਿਨ੍ਹਾਂ ਦੀ ਮੌਂਟਰੀਅਲ ਨਾਲ ਸੀਗੀ ਉਹ ਬੜੇ ਖੁਸ਼ ਸੀਗੇ, ਉਹਨਾਂ 'ਚ ਹੈਪੀਨੈਸ ਦਾ ਹਾਇਰ ਲੈਵਲ ਆ ਰਿਹਾ ਸੀਗਾ। ਜਿਨ੍ਹਾਂ ਦੇ ਵਿਚਾਰਿਆਂ ਦੀ ਮੇਪਲ ਲੀਫ ਨਾਲ ਸੀਗੀ, ਦੇ ਵਰ ਸੋ ਸੈਡ, ਦੇ ਵਰ ਸੋ ਡਿਪਰੈਸਡ। Some of them were actually stopping game in actually, you can say, middle of the game and trying to avoid everything, and at the same time they were full with grief, all these things। ਇਸ ਤਰੀਕੇ ਨਾਲ ਸੀਗਾ। ਇਹੋ ਜਿਹੀਆਂ ਚੀਜ਼ਾਂ ਨੇ। ਭਈ ਗੱਲ ਇਹ ਹੈ, ਪਹਿਲਾਂ ਤੁਸੀਂ ਐਸੋਸੀਏਸ਼ਨ ਕਿਹਦੇ ਨਾਲ ਬਣਾਈ ਹੈ, ਜਿਹਦੇ ਨਾਲ ਬਣਾਓਗੇ ਉਸੇ ਤਰੀਕੇ ਦਾ ਪ੍ਰਭਾਵ ਤੁਹਾਡੇ ਅੰਦਰ ਪਏਗਾ। ਜਦੋਂ ਚੀਜ਼ ਹੋ ਰਹੀ ਹੈ ਉਦੋਂ ਤੇ ਤੁਸੀਂ ਉਹ ਚੀਜ਼ ਚੇਂਜ ਨਹੀਂ ਕਰ ਪਾਓਗੇ। ਮੈਂ ਜਸਟ ਇੱਕ ਐਗਜ਼ਾਮਪਲ ਦੇ ਰਿਹਾ ਇਸ ਰੂਪ ਦੇ ਵਿੱਚ। ਜਦੋਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ, ਜੇ ਸੋਚ ਪਰਾਲੀਨੁਮਾ ਹੈ, ਜਿਹਦੇ 'ਚ ਈਰਖਾ ਹੈ, ਦੁਆਖ ਹੈ, ਜਿਹਦੇ ਨਾਲ ਆਲੇ ਦੁਆਲੇ ਨਾਲ ਸਾੜਾ ਹੈ, ਜਿਹਦੇ 'ਚ ਦੂਜਿਆਂ ਨੂੰ ਨੀਵਾਂ ਵਿਖਾ ਕੇ ਆਪ ਉੱਚੇ ਹੋਣ ਦੀ ਬਿਰਤੀ ਹੈ। ਅਲਟੀਮੇਟਲੀ ਕੀ ਹੈ, ਆਪ ਉੱਚੇ ਹੋ ਕੇ ਦੂਜਿਆਂ ਨੂੰ ਨੀਵੇਂ ਵਿਖਾਉਣਾ ਹੈ। ਹਰ ਲੈਵਲ 'ਤੇ ਤੁਸੀਂ ਉੱਚੇ ਨਹੀਂ ਹੋ ਸਕਦੇ। ਇੱਕ ਲੈਵਲ 'ਤੇ ਅਗਰ ਤੁਸੀਂ ਨੀਵੇਂ ਹੋਵੋਗੇ, ਜਦੋਂ ਨੀਵੇਂ ਹੋਵੋਗੇ ਤੇ ਫਿਰ ਤੁਹਾਨੂੰ ਕੋਈ ਨਹੀਂ ਜੱਜ ਕਰ ਰਿਹਾ, ਤੁਸੀਂ ਜੱਜ ਕਰ ਰਹੇ ਆਪਣੇ ਆਪ ਨੂੰ। ਕਿਉਂ? ਕਿਉਂਕਿ ਤੁਹਾਨੂੰ ਲੱਗ ਰਿਹਾ ਵੀ ਓਹੋ ਮੈਂ ਤਾਂ ਦੂਜਿਆਂ ਦੀ ਨਜ਼ਰਾਂ 'ਚ ਛੋਟਾ ਰਹਿ ਗਿਆ, ਨੀਵਾਂ ਰਹਿ ਗਿਆ। ਜਿਹੜੀ ਇਹ ਸੈਲਫ ਜਜਮੈਂਟ ਹੈ, ਤੇ ਦੂਜਿਆਂ ਵੱਲੋਂ ਜਿਹੜੀ ਲੱਗ ਰਿਹਾ ਮੇਰੇ ਸੋਚ ਵਿੱਚ ਹੋ ਰਹੀ ਹੈ ਕਿ ਮੈਨੂੰ ਰਿਜੈਕਸ਼ਨ ਮਿਲ ਰਹੀ ਹੈ, ਦੇ ਆਰ ਐਕਚੁਅਲੀ ਜਜਿੰਗ ਮੀ, ਦੇ ਆਰ ਪੁਟਿੰਗ ਮੀ ਡਾਊਨ, ਆਲ ਦੀਸ ਥਿੰਗਸ ਕਮਿੰਗ ਫਰਮ ਇਨਸਾਈਡ ਮੀ। ਇਹ ਪਰਾਲੀ ਦੀ ਸੋਚ ਹੈ। ਤੇ ਹੁਣ ਜਿਸ ਵਹਿਣ 'ਚ ਵਹਿ ਰਹੀ ਹੈ, ਡਿਪਰੈਸ਼ਨ ਦਾ ਇੱਕ ਵੱਡਾ ਹਿੱਸਾ ਇਹ ਹੁੰਦਾ ਆ, ਲੋਕ ਕੀ ਕਹਿਣਗੇ, ਲੋਕ ਕੀ ਸੋਚਣਗੇ ਮੇਰੇ ਬਾਰੇ। ਆਈ ਕੈਨ ਨੋਟ ਐਕਚੁਅਲੀ ਫੇਸ ਐਨੀਬਡੀ। ਗਿਲਟ ਆ ਰਿਹਾ। ਇਹ ਚੀਜ਼ਾਂ ਇੱਥੋਂ ਆ ਰਹੀਆਂ ਨੇ। ਗੁਰੂ ਮਹਾਰਾਜ ਕਹਿੰਦੇ ਜਦੋਂ ਪਰਾਲੀ ਹੋ ਗਈ, ਜਦੋਂ ਵਹਿਣ 'ਚ ਵਹਿ ਗਈ, ਫਿਰ ਤੇ ਭਾਈ ਕੋਈ ਨਹੀਂ ਬਚਾ ਸਕੇਗਾ। ਫਿਰ ਤੇ ਜਾਨਵਰਾਂ ਨੂੰ ਨਹੀਂ ਬਚਾਇਆ ਜਾ ਸਕਦਾ, ਤੈਰਾਕਾਂ ਨੂੰ ਨਹੀਂ ਬਚਾਇਆ ਜਾ ਸਕਦਾ। ਜਿਹਦਾ ਪਰਾਲੀ ਦਾ ਵਜੂਦ ਹੀ ਕੋਈ ਨਹੀਂ, ਉਹਨੂੰ ਤੇ ਬਚਾਏਗਾ ਕੌਣ? ਇੱਥੇ ਬਚਨ ਆਇਆ, ਸੋ ਆਪਣੀ ਚੋਇਸਿਸ ਹੁਣੀ ਬਣਾ, ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ। ਵੰਸ ਇਟਸ ਅੰਡਰ ਐਨੀ ਫਲੋ then no one can stop it। ਅੰਦਰ ਹੱਥ ਨਾ ਅੰਬੜੈ ਮੀਨ ਕੋਈ ਨੂੰ ਹੱਥ ਪਾ ਕੇ ਰੋਕ ਨਹੀਂ ਸਕਦਾ ਉਹਨੂੰ। ਤਿਤ ਨਿਵੰਦੈ ਤਾਲ, ਉਹ ਫਿਰ ਨਿਵੰਦੇ ਤਾਲ, ਜਿੰਨਾ ਪਾਣੀ ਨੀਵਾਂ ਜਾਏਗਾ ਉਹਦੇ ਨਾਲ ਹੀ ਵਹਿ ਕੇ ਨੀਵੇਂ ਪਾਸੇ, ਹੋਰ ਨੀਵੇਂ ਪਾਸੇ ਜਾਏਗਾ ਉਸ ਰੂਪ ਦੇ ਅੰਦਰ। ਸੋਚ ਪਹਿਲਾਂ ਹੀ ਪਰਾਲੀ ਵਰਗੀ, ਦੂਜਾ ਉਸ ਵਹਿਣ 'ਚ ਵਹਿ ਰਹੀ ਹੈ, ਜਿਹੜਾ ਵਹਿਣ ਫਲੋ ਜਿਹਦੇ ਸਾਹਮਣੇ ਜ਼ੋਰ ਕੋਈ ਨਹੀਂ, ਤੋਂ ਫਿਰ ਜਾ ਨੀਵੇਂ ਪਾਸੇ ਰਿਹਾ ਹੈ। ਗਰਕ ਹੋਣ ਤੋਂ ਕੌਣ ਬਚਾ ਸਕਦਾ ਆ? ਇਹ ਸਮਾਜਾਂ ਦੀ ਪ੍ਰਵਿਰਤੀ ਹੈ। ਜੇ ਆਪਾਂ ਦੇਖੀਏ ਤੇ ਜਦੋਂ 1984 ਵੀ ਵਾਪਰਦਾ ਆ, ਜੋ ਲੋਕ ਥੋੜ੍ਹੇ ਸੈਕੂਲਰ ਮਾਈਂਡਡ ਸੀਗੇ, ਜਾਂ ਜਿਹੜੇ ਲੋਕ ਥੋੜ੍ਹੇ ਓਨੈਸਟ ਸੀਗੇ, ਉਹਨਾਂ ਨੇ ਸਮੁੱਚੇ ਭਾਰਤੀ ਸਮਾਜ ਬਾਰੇ ਗੱਲ ਕਹੀ ਸੀਗੀ ਕਿ ਇਹ ਸਮੁੱਚੇ ਭਾਰਤੀ ਸਮਾਜ ਦੇ ਲਈ ਇੱਕ ਐਸਾ ਐਕਟ ਹੋ ਗਿਆ ਹੈ ਜਿਹੜਾ ਬਿਲਕੁਲ ਇਹਦੀ ਅਨਹੈਲਦੀ ਸਿਚੁਏਸ਼ਨ ਨੂੰ ਓਪਨ ਕਰਦਾ। ਇੱਕ ਤੇ ਦੂਸਰੇ ਨੰਬਰ ਤੇ ਇਹਦੇ ਇਫੈਕਟ ਲੌਂਗ ਟਰਮ ਹੋ ਗਏ ਨੇ। ਇਹ ਨਹੀਂ ਇੱਕ ਛੋਟਾ ਜਿਹਾ ਇਨਸੀਡੈਂਟ ਹੋਇਆ ਤੇ ਹੋ ਗਿਆ। ਜਦੋਂ ਵੀ ਇਹ ਦਿਨ ਆਉਂਦੇ ਨੇ, ਤੁਹਾਡੇ ਅੰਦਰੋਂ ਜਿਹੜਾ ਰੁਦਨ ਨਿਕਲਦਾ ਹੈ, ਜਿਹੜੀ ਤੁਹਾਡੇ ਅੰਦਰੋਂ ਵਰਲਾਪ ਨਿਕਲਦਾ, ਜਿਹੜਾ ਤੁਹਾਡੇ ਅੰਦਰੋਂ ਵੇਦਨ ਆ, ਉੱਥੇ ਹੁੰਦੀ ਐਜ਼ ਇਟ ਇਜ਼। Easily you can notice if you are little bit aware about your history, aware about your Sikhi roots, you can easily see ਕਿ ਚੀਜ਼ ਕਿਹੜੀ ਹੈ ਉਸ ਤਰੀਕੇ ਨਾਲ। ਹੁਣ ਇਹ ਜਿਹੜੀ ਸਾਰੀ ਸੋਚ ਸਮਾਜ ਦੀ ਉੱਥੇ ਗਰਖੀ, ਅਦਰਵਾਈਜ਼ ਕਿਸੇ ਗੌਰਮੈਂਟ 'ਚ ਕਿੱਥੇ ਹਿੰਮਤ ਹੁੰਦੀ ਹੈ ਕਿ ਆਪਣੇ ਹੀ ਲੋਕਾਂ ਦੇ ਉੱਤੇ ਫੌਜ ਚੜ੍ਹਾ ਦੇ, ਟੈਂਕ ਚੜ੍ਹਾ ਦੇ। ਆਉਂਦੇ ਸਮੇਂ 'ਚ ਬਾਤ ਕਰਾਂਗੇ, ਇੱਕ ਨਹੀਂ 40 ਗੁਰਦੁਆਰਿਆਂ ਦੇ ਵਿੱਚ ਜਿੱਥੇ ਗੁਰੂ ਅਰਜਨ ਸਾਹਿਬ ਦਾ ਗੁਰਪੁਰਬ ਮਨਾ ਰਹੀ ਸੰਗਤ, ਕੁਛ ਵੀ ਨਹੀਂ, ਕੋਈ ਉੱਥੇ ਇਹ ਨਹੀਂ ਕੋਈ ਵੈਪਨ ਲੈ ਕੇ ਕੋਈ ਰਿਟੈਲੀਏਟ ਕਰ ਰਿਹਾ, ਤੇ ਕੋਈ ਜਿਹੜਾ ਹੈਗਾ ਉਸ ਤਰੀਕੇ ਨਾਲ ਉਹਨਾਂ ਨੂੰ ਚੈਲੰਜ ਕਰ ਰਿਹਾ ਪਿਆ, ਆਓ ਅਸੀਂ ਤੁਹਾਨੂੰ ਮਾਰਾਂਗੇ, ਬਗਾਵਤ ਹੋ ਗਈ ਹੈ। ਯੂ ਨੋ ਸਮਟਾਈਮ ਪੀਪਲ ਸੇ ਇਟਸ ਇੱਥੇ ਸਟੇਟ ਦੇ ਖਿਲਾਫ ਇੱਕ ਵਾਰ ਚੱਲ ਪਈ ਆ। ਵਾਰ ਕਿੱਥੇ? ਉੱਥੇ ਗੁਰਦੁਆਰਾ ਦੁੱਖ ਨਿਵਾਰਨ ਪਟਿਆਲੇ ਸੰਗਤ ਕੀ ਕਰ ਰਹੀ ਸੀ? ਵਾਟ ਵਰ ਦੇ ਡੂਇੰਗ? ਮੁਕਤਸਰ ਸਾਹਿਬ ਗੁਰਦੁਆਰਾ ਸਾਹਿਬ ਵੱਡੇ ਉਸੇ ਸੱਚਖੰਡ ਸਥਾਨ ਤੇ ਉੱਥੇ ਕਰ ਰਹੀ ਸੰਗਤ। ਉਹਨਾਂ ਦੇ ਕੋਲ ਤੇ ਉਹਨਾਂ ਨੂੰ ਕੋਈ ਰਾਹ ਚੱਲਦਾ ਕੁੱਤਾ ਪੈ ਜਾਂਦਾ, ਤੇ ਉਹਦੇ ਵਾਸਤੇ ਵੀ ਉਹ ਕਿਸਾਨ ਲੋਕ ਜਿਹੜੇ ਉਹ ਆਲੇ ਦੁਆਲੇ ਪਿੰਡਾਂ ਤੋਂ ਮਜ਼ਦੂਰ ਲੋਕ ਆਏ ਸੀਗੇ, ਉਹਨਾਂ ਕੋਲ ਤੇ ਡੰਡਾ ਵੀ ਨਹੀਂ ਸੀ ਰੋਕਣ ਵਾਸਤੇ। ਐਂਡ ਹੋਲ ਲੈਂਡ forces was there to kill them, to teach them lesson। ਹੁਣ
ਇਹ ਕਿਸੇ ਵੱਡੇ ਉਸ ਸਾੜੇ ਵਿੱਚੋਂ, ਈਰਖਾ ਵਿੱਚੋਂ, ਦਵੈਖ ਵਿੱਚੋਂ, ਸਮਾਜ ਵਿੱਚੋਂ ਇੱਕ ਚੀਜ਼ ਪੈਦਾ ਹੋਈ ਹੈ। ਇਹ ਪਰਾਲੀ ਵਰਗੀ ਸੋਚ ਹੈ। ਗੁਰਮਤ ਤੇ ਕਹਿੰਦੀ ਹੈ ਮਨੁੱਖ ਦਾ ਮਨੁੱਖ ਨਾਲ ਫਰਕ ਹੀ ਕੋਈ ਨਹੀਂਗਾ। ਤੇ ਇਹ ਗਲੋਰੀ ਵੀ ਹੈ, ਇਸ ਥਾਟ 'ਚ ਰਹਿੰਦੇ ਆ। ਇਸੇ ਕਰਕੇ ਔਰ COVID-19 ਦੇ ਵਿੱਚ ਆਕਸੀਜਨ ਦਾ ਲੰਗਰ, ਪਹਿਲਾਂ ਲੰਗਰ ਤੇ ਪ੍ਰਸ਼ਾਦੇ ਦਾ ਹੁੰਦਾ, ਗੁਰਦੁਆਰਾ ਸਾਹਿਬ ਵਿੱਚ ਬੈੱਡ ਲੱਗ ਰਹੇ ਨੇ। ਇਹਨੂੰ ਸੋਸ਼ਲ ਮੀਡੀਆ, ਤੁਸੀਂ ਇੰਟਰਨੈਸ਼ਨਲ ਮੀਡੀਆ ਤੁਸੀਂ ਸੁਣਿਆ ਦੇਖਿਆ ਹੋਣਾ ਸਾਰਾ ਕੁਛ। ਇਹ ਕੀ ਹੈ? ਇਹ ਜਿਹੜੀ ਇਸ ਤਰ੍ਹਾਂ ਦੀ ਕਮਿਊਨਿਟੀ ਹੈ, ਉਹਨੂੰ ਤੇ ਪ੍ਰੀਜ਼ਰਵ ਕਰਨਾ ਚਾਹੀਦਾ। ਇਹੋ ਜਿਹੀ ਕਮਿਊਨਿਟੀ ਦੀ ਸੋਚ ਨੂੰ ਸਪਰੈਡ ਕਰਨਾ ਚਾਹੀਦਾ। ਦੂਸਰੇ ਪਾਸੇ ਉਸ ਕਮਿਊਨਿਟੀ ਨੂੰ ਮਾਰ ਦਿਓ, ਉਹਦੀ ਸੋਚ ਨੂੰ ਫੈਲਣ ਨਾ ਦਿਓ। ਇਹ ਪਰਾਲੀ ਦੀ ਸੋਚ ਹੈ। ਤੇ ਇਹ ਨਿਗਰਦੀ ਨਿਵਾਣ ਵਿੱਚ ਇਸ ਲੈਵਲ ਤੇ ਨਿਗਰ ਗਈ, ਕੀ ਹਾਲਤ ਬਣ ਗਈ ਜਿਹੜੀ ਹਾਲਤ ਅਸੀਂ ਦਿਖਾ ਰਹੇ ਹਾਂ। ਐਕਚੁਅਲੀ ਆਪਣੇ ਆਪ 'ਚ ਸੋਸਾਇਟੀ ਲਈ ਪਨਿਸ਼ਮੈਂਟ ਹੈ, ਸੋਸਾਇਟੀ ਐਟ ਹੋਲ ਉਸ ਲੈਵਲ ਤੇ ਦੇਖਿਆ ਜਾਏ ਤੇ। ਨਹੀਂ ਤੇ ਅੱਜ ਸਿੱਖ ਜਿਨ੍ਹਾਂ ਡਾਇਸਪੋਰਾ 'ਚ ਬੈਠਾ, ਪੰਜਾਬ ਜਿਨ੍ਹਾਂ ਡਾਇਸਪੋਰਾ 'ਚ ਬੈਠਾ ਆ, ਇਹ ਤੇ ਬੈਕਬੋਨ ਹੋਣਾ ਸੀਗਾ ਸਾਰੇ ਉਸ ਸਮਾਜ ਦਾ। ਪਰ ਹੋਇਆ ਕਿ ਸਮਾਜ ਦੇ ਵਿੱਚ ਜਿਹੜੀਆਂ ਦਰਾਰਾਂ ਸੀਗੀਆਂ ਪੱਕੀਆਂ ਦਿਸਣੀਆਂ ਸ਼ੁਰੂ ਹੋ ਗਈਆਂ ਉਸ ਰੂਪ ਦੇ ਵਿੱਚ। ਬੀਇੰਗ ਏ ਸਿੱਖ, ਸਰਬੱਤ ਦੇ ਭਲੇ ਲਈ ਅਰਦਾਸਾਂ ਨੇ। ਬੀਇੰਗ ਏ ਸਿੱਖ, ਸਰਬੱਤ ਨੂੰ ਮਾਈ ਭਾਈ ਗਰਦਾਨਣ ਦੀ ਬਾਤ ਹੈ, ਅੱਜ ਵੀ ਹੈ, ਇਹ 'ਚ ਨਹੀਂ ਹੈ। ਇਹ ਤਾਂ ਉਦੋਂ ਵੀ ਰਹੀ ਜਦੋਂ ਤੋਪਾਂ ਦੇ ਗੋਲੇ ਚੱਲਦੇ ਸੀ ਤੇ ਸੱਚਖੰਡ ਦਰਬਾਰ ਸਾਹਿਬ 'ਚ ਅਰਦਾਸ ਹੋ ਰਹੀ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਉਹ ਵੀ ਸਰਬੱਤੇ ਸੀਗੇ ਜਿਹੜੇ ਆਲੇ ਦੁਆਲੇ ਬੈਠੇ ਸੀ ਉਸ ਰੂਪ ਵਿੱਚ, ਜਿਨ੍ਹਾਂ ਨੂੰ ਬਿਠਾਉਣ ਵਾਲੇ ਲੋਕ ਪਿੱਛੇ ਬੈਠੇ ਸੀਗੇ। ਸੋ ਇਹ ਸਾਰੀ ਬਾਤ, ਇਹ ਪਰਾਲ ਹੈ, ਇਹ ਕਾਫੂਸ ਹੈ, ਇਹ ਜਿਹਨੂੰ ਅਸੀਂ ਪੰਜਾਬੀ 'ਚ ਕਹੀਏ ਸੜੀਅਲ ਸੋਚ ਹੈ। ਇਹ ਕਿਸੇ ਉਸ ਸਾਰੇ ਰੂਪ 'ਚੋਂ ਪੈਦਾ ਹੋਈ ਕਿ ਇਹਨਾਂ ਨੂੰ ਨੀਵੇਂ ਵਿਖਾਉਣਾ ਆ, ਤੇ ਜੇ ਨੀਵੇਂ ਉਵੇਂ ਨਹੀਂ ਕਰ ਸਕਦੇ ਫਿਰ ਮਾਰਨ ਤੱਕ। ਇਹੀ ਬਿਰਤੀ ਹੈ ਜਿਹੜੀ ਬੰਦੇ ਨੂੰ ਉਸ ਲੈਵਲ ਤੇ ਵਾਇਲੈਂਟ ਕਰਦੀ ਹੈ ਲਿਆ ਕੇ। ਗੁਰੂ ਸਾਹਿਬ ਨੇ ਬਾਤ ਕੀਤੀ ਇਹਦੇ ਵਿੱਚ ਕਿ ਭਾਈ ਤਿਤ ਨਿਵੰਦਾ ਤਾਲ, ਫਿਰ ਉਸ ਡਿੱਗੇ ਹੋਏ ਲਈ ਨੀਵੇਂ ਤੋਂ ਨੀਵੇਂ ਗਰਕ ਹੋਣ ਵਾਲੀ ਜਗ੍ਹਾ ਤੱਕ ਪਹੁੰਚ ਜਾਏਗਾ। ਅਗਲਾ ਹੈ ਮਹੱਲਾ ਪਹਿਲਾ, ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ। ਇਹ ਨਾਨਕ ਹੈ ਜਿਹੜੇ ਮਨ ਦੇ ਕੰਮ ਹੁੰਦੇ ਨੇ, ਅਸੀਂ ਕਹਾਂਗੇ ਤਨ ਦੇ ਕੰਮ ਨੇ। ਪਹਿਲਾਂ ਤਨ ਤੇ ਗੱਲ ਕੀਤੀ ਗੁਰੂ ਸਾਹਿਬ ਨੇ, ਹੁਣ ਮਨ ਦੀ ਦੁਨੀਆ ਦੀ ਬਾਤ ਪਾਈ ਹੈ। ਮਨ ਦੇ ਜਿਹੜੇ ਕੰਮ ਨੇ ਇਹ ਚੰਗੇ ਹੋਣੇ ਚਾਹੀਦੇ ਨੇ, ਪਰ ਕਈ ਵਾਰੀ ਇਹ ਫਿਟਕਾਰਯੋਗ ਹੋ ਜਾਂਦੇ ਨੇ। ਆਪ ਦੇਖੋ ਨਾ, ਮਤਲਬ ਤੁਸੀਂ ਘਰ ਦੇ ਵਿੱਚ ਕੋਈ ਬੱਚਾ ਆ, ਤੇ ਮੈਂ ਅੱਜ ਹੀ ਆਪਣੇ ਇੱਕ ਬੱਚੇ, ਛੋਟੇ ਬੱਚੇ ਦੇ ਨਾਲ ਇੱਕ ਕਾਰਟੂਨ ਸ਼ੋਅ ਦੇਖ ਰਿਹਾ ਸੀਗਾ, ਤੇ ਉਹ ਸ਼ਾਇਦ ਪੈਡਿੰਗਟਨ ਨਾਂ ਦਾ ਕਰੈਕਟਰ ਹੈ, ਉਹਦੇ ਨਾਲ ਸ਼ੋਅ ਬਣ ਰਿਹਾ। ਤੇ ਉਹ ਲੜਦਾ ਹੁੰਦਾ ਕਿ ਆਈ ਵਾਂਟ ਟੂ ਡੂ ਸਮ ਹੋਮ ਸ਼ੋਰਸ, ਘਰ ਦੇ ਕੰਮ ਕਰਨੇ ਨੇ ਮੈਂ। ਤੇ ਉਹ ਕਹਿੰਦੇ ਵੀ ਨਹੀਂ ਤੇਰੇ ਤੋਂ ਕੋਈ ਕੰਮ ਸਹੀ ਨਹੀਂ ਹੁੰਦਾ, ਵਾਸਤਾ ਰੱਬ ਦਾ ਤੂੰ ਕੰਮ ਨਾ ਕਰ। ਉਹ ਕਹਿੰਦਾ ਓਕੇ, ਮੈਂ ਪਰਿਵਾਰ ਦਾ ਮੈਂਬਰ ਨਹੀਂ ਗਾ, ਮੈਂ ਤਾਂ ਨਹੀਂ ਕਰ ਸਕਦਾ। ਉਹ ਨਾ ਕਹਿੰਦਾ ਨਹੀਂ ਤੇਰੇ ਵਾਸਤੇ ਇੱਕ ਲਿਸਟ ਬਣਾਈ, ਫਰਿੱਜ ਤੇ ਲਾਈ ਹੈ। ਤੇ ਉਹ ਜਾਂਦਾ, ਤੂੰ ਲਿਸਟ ਉਹਦੀ ਕਿਤੇ ਹੁੰਦੀ ਨਹੀਂ, ਉੱਥੇ ਦੂਜੇ ਸਾਰਿਆਂ ਦੀ ਲਿਸਟ ਹੁੰਦੀ ਹੈ। ਤੇ ਹੁਣ ਕੰਮ ਕਰਨ ਲੱਗ ਜਾਂਦਾ, ਦੂਜਿਆਂ ਦੀ ਲਿਸਟ ਫੜ ਕੇ ਉਹਨੂੰ ਕੰਮ ਕਰਨਾ ਨਹੀਂ ਹੁੰਦਾ, ਸਾਰਾ ਮੈਸ ਬਣਾ ਦਿੰਦਾ। ਹੁਣ ਉਹ ਤੇ ਬੜੇ ਹਿਲੀਰੀਅਸ ਵੇ ਦੇ ਨਾਲ, ਬੜੇ ਹਾਸੋਹੀਣੇ ਤਰੀਕਿਆਂ ਨਾਲ ਸਾਰਾ ਪ੍ਰੈਜ਼ੈਂਟ ਕੀਤਾ। ਪਰ ਐਕਚੁਅਲ ਲੈਵਲ ਤੇ ਹੋਏ ਕੋਈ ਬੱਚਾ ਸਵੇਰ ਤੋਂ ਸ਼ਾਮ ਤੱਕ ਬਿਜ਼ੀ ਹੈ, ਤੇ ਬਿਜ਼ੀ ਕਾਹਦੇ ਵਿੱਚ ਹੈ? ਕੰਨਾਂ ਦੇ ਉੱਤੇ ਜਿਹੜਾ ਹੈਗਾ ਉਹ ਕ੍ਰੇਯੋਨਸ ਫੇਰਨ ਦੇ ਉੱਤੇ, ਜਿਹੜਾ ਘਰ ਦੇ ਵਿੱਚ ਕੁਝ ਕਾਰਪੇਟ ਤੇ ਕੁਝ ਡੋਲਣ ਦੇ ਵਿੱਚ। ਤੇ ਸ਼ਾਮ ਨੂੰ ਕੋਈ ਆਇਆ ਕਹੇ ਵੀ ਮੈਂ ਤੇ ਬਹੁਤ ਬਿਜ਼ੀ ਰਿਹਾ ਭਾਈ, ਕੋਈ ਕਾਹਦੇ ਵਾਸਤੇ ਭਾਈ? ਆਹ ਸਾਰਾ ਕੁਝ ਉਹ ਤੂੰ ਇਹ ਕਿਹੋ ਜਿਹੇ ਫਿਟਕਾਰਯੋਗ ਕੰਮ ਕਰਤੇ, ਇਹ ਤੇ ਗਲਤ ਕੰਮ ਨੇ, ਇਹ ਤਾਂ ਨਹੀਂ ਸੀ ਕਰਨੇ ਚਾਹੀਦੇ ਤੈਨੂੰ। ਜਿਹੜਾ ਸਾਡਾ ਮਨ ਹੈ ਬੜਾ ਬਿਜ਼ੀ ਹੈ। ਬਿਜ਼ੀ ਕਾਹਦੇ ਵਿੱਚ? ਸਿਮਰਨ ਵਿੱਚ, ਚੰਗੇਰੇ ਖਿਆਲਾਂ ਵਿੱਚ ਨਾ, ਬਦੀ ਦੇ ਖਿਆਲਾਂ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਇਹ ਫਿਟਕਾਰਯੋਗ ਪਾਉਣਯੋਗ ਕੰਮ ਹੈ, ਇਹ ਨਹੀਂ ਕਰਨੇ। ਇਸ ਕਿਸਮ ਦਾ ਮੈਸੇਜ ਅਗਲੇ ਸ਼ਲੋਕ ਆ ਰਿਹਾ, ਜਿਹਦੀ ਵਿਚਾਰ ਆਉਂਦੇ ਸਮੇਂ ਵਾਸਤੇ ਕਰਾਂਗੇ। ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਨਮਨ ਕਰਦਿਆਂ ਹੋਇਆਂ ਆਪਣੀ ਵਿਚਾਰ ਨੂੰ ਇੱਥੇ ਮੈਂ ਮਾਈਂਡ ਕਰਦਾ, ਸਮਾਪਤੀ ਕਰਦਾ ਹਾਂ। ਕਿਰਸਾਨੀ ਸੰਘਰਸ਼ ਦੀ ਜੂਝ ਰਹੇ ਮਾਈ ਭਾਈ ਦੀ ਸਫਲਤਾ ਹੋਏ, ਇਹਦੇ ਲਈ ਅਰਦਾਸ ਹੈ। ਢਾਡੀ ਵੀਰ ਆ ਗਏ ਨੇ, ਅਗਲਾ ਸਮਾਗਮ ਇਹ ਤੁਹਾਨੂੰ ਸੁਣਾਉਣਗੇ। ਮੈਂ ਇੱਥੇ ਇਜਾਜ਼ਤ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ